जी दोस्तों बहुत बहुत स्वागत है ਤੁਹਾਡੇ ਸਾਰਿਆਂ ਦਾ ਤੇ ਵੀਰੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਵੈਬਸਾਈਟ ਤੇ ਇੱਕ ਅਪਡੇਟ ਆਇਆ ਹੋਇਆ ਵਾ ਠੀਕ ਹੈ ਜੀ ਸਬਜੈਕਟ ਵਾਈਜ਼ ਗ੍ਰੇਡ ਵਾਈਜ਼ ਪਰਸੈਂਟੇਜ ਆਫ 5th 8th ਐਂਡ 10th ਕਲਾਸ ਦੋਸਤੋ ਇਹ ਹਜੇ ਅਪਡੇਟ ਆਇਆ ਠੀਕ ਹੈ ਜੀ ਇਹ ਅਪਡੇਟ ਹੈਗੀ ਆ 5ਵੀਂ 8ਵੀਂ ਤੇ 10ਵੀਂ ਦੇ ਬਾਰੇ ਤੇ ਬਾਕੀ 12ਵੀਂ ਦੀ ਵੀ ਗੱਲ ਮੈਂ ਕਰੂੰਗਾ ਉਹਨਾਂ ਦੀ ਵੀ ਇੱਕ ਅਪਡੇਟ ਆਈ ਹੋਈ ਆ ਲਿਖਤੀ ਰੂਪ ਦੇ ਵਿੱਚ ਉਹ ਮੈਂ ਤੁਹਾਨੂੰ ਦਿਖਾਉਂਗਾ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ 5th 8th 10th ਬਾਰੇ ਪਹਿਲਾਂ ਆਪਾਂ ਇਹਨੂੰ ਡਾਊਨਲੋਡ ਕਰ ਲੈਂਦੇ ਹਾਂ ਤੇ ਮੈਂ ਤੁਹਾਨੂੰ ਪੂਰੀ ਜਾਣਕਾਰੀ ਦੱਸ ਦੇਣਾ ਕਿ ਕੀ ਆ ਦੋਸਤੋ ਬੇਸਿਕਲੀ ਇਹ ਉਹੀ ਚੀਜ਼ ਆ ਠੀਕ ਹੈ ਜੀ ਕਿੰਨੇ ਵਿਦਿਆਰਥੀਆਂ ਦੀ A+ ਲੱਗੀ ਆ B+ ਕਿੰਨਾ ਦੀ ਲੱਗੀ ਆ C+ ਕਿੰਨਾ ਦੀ ਲੱਗੀ ਆ ABC ਗ੍ਰੇਡ ਕਿੰਨਾ ਦੀ ਲੱਗੀ ਆ ਤੇ ਬਾਕੀ D ਕਿੰਨਾ ਦੀ ਲੱਗੀ ਆ ਤੇ ਦੋਸਤੋ 5th ਪਹਿਲਾਂ ਆਪਾਂ ਗੱਲ ਕਰ ਲਈਏ ਦੋਸਤੋ ਆ ਦੇਖੋ ਦੇਖ ਸਕਦੇ ਹੋ ਦੋਸਤੋ ਬਹੁਤ ਹੀ ਸਿੰਪਲ ਆ ਸਮਝਣਾ ਇਹਨੂੰ ਕੋਈ ਔਖਾ ਕੰਮ ਨਹੀਂ ਹੈਗਾ 5th ਕਲਾਸ ਆ ਠੀਕ ਹੈ ਜੀ ਕੋਈ ਵੀ ਇੱਕ ਪਹਿਲਾ ਸਬਜੈਕਟ ਲੈ ਲਓ ਠੀਕ ਹੈ ਜੀ ਆਪਾਂ ਪੰਜਾਬੀ ਭਾਸ਼ਾ A ਲੈ ਲੈਂਦੇ ਆ ਠੀਕ ਹੈ ਜੀ ਆ ਦੇਖੋ ਇਹਦੇ ਵਿੱਚ ਪਹਿਲਾਂ ਆਹ ਦੱਸਿਆ ਟੋਟਲ ਅਪੀਅਰ ਕਿੰਨੇ ਹੋਏ ਸੀ ਵਿਦਿਆਰਥੀ ठीक है जी पंजाबी ए भाषा के 2,70,437 विद्यार्थी अपीयर होए ठीक है जी तो उन्होंने अंदर उन्होंने स्टूडेंट्स दे ठीक है जी A+ किन्ना दी लगी ए कली किन्ना दी लगी B+ किन्ना दी लगी कली B किन्ना दी लगी C+ किन्ना दी लगी कली C किन्ना दी लगी तो D किन्ना दी लगी जिवें कि तुसीं देख सकते हो ठीक है जी तो A+ आ देखो संख्या भी दी हुई आ ते एवरेज भी दिता होया ठीक है जी आह हैगी आ संख्या किन्ने विद्यार्थी सीगे 1,42,000 ठीक है जी 34 ਉਹਨਾਂ ਦੀ ਲੱਗੀ ਆ A+ ਤੇ ਇਹਨਾਂ ਦੀ ਪਰਸੈਂਟੇਜ ਬਣਦੀ ਆ 52.52 ਇਸੇ ਤਰ੍ਹਾਂ ਦੋਸਤੋ ਇੱਕ ਸਿਰਫ A ਕਿੰਨੇ ਦੀ ਲੱਗੀ ਆ 32.08% ਬੱਚਿਆਂ ਦੀ A ਲੱਗੀ ਆ ਤੇ B+ ਕਿੰਨੇ ਦੀ ਲੱਗੀ ਆ 10.49% B+ ਲੱਗੀ ਆ B ਕੱਲੀ ਕਿੰਨੇ ਦੀ ਲੱਗੀ ਆ 2.66 ਬੱਚਿਆਂ ਦੀ ਜਿਨ੍ਹਾਂ ਦੀ ਸੰਖਿਆ ਹੈਗੀ ਆ ਦੇਖੋ 7,188 ਠੀਕ ਹੈ ਜੀ ਤੇ ਦੋਸਤੋ ਇਸੇ ਤਰ੍ਹਾਂ C+ ਕਿੰਨੇ ਦੀ ਲੱਗੀ ਆ 1.08 ਵਿਦਿਆਰਥੀਆਂ ਦੀ ਜਿਨ੍ਹਾਂ ਦੀ ਸੰਖਿਆ ਦਿੱਤੀ ਹੋਈ ਆ ਨਾਲ ਤੇ ਇਸੇ ਤਰ੍ਹਾਂ ਦੋਸਤੋ C ਕਿੰਨੇ ਦੀ ਲੱਗੀ ਹੈ ਕਲੀ 0.64 ਵਿਦਿਆਰਥੀਆਂ ਦੇ ਠੀਕ ਹੈ ਜੀ ਤੇ ਜਿਨ੍ਹਾਂ ਦੀ ਸੰਖਿਆ ਵੀ ਦਿੱਤੀ ਹੋਈ ਹੈ 1733 ਇਸੇ ਤਰ੍ਹਾਂ ਦੋਸਤੋ D ਕਿੰਨੇ ਦੀ ਲੱਗੀ ਹੈ 0.53 ਬੱਚਿਆਂ ਦੀ ਤੇ 1423 ਸੰਖਿਆ ਵਾ ਤੇ ਦੋਸਤੋ ਇਸੇ ਤਰ੍ਹਾਂ ਇਹ ਸਾਰੇ ਸਬਜੈਕਟ ਦੇ ਦਿੱਤੇ ਹੋਏ ਨੇ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਇੱਥੇ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਲੱਗੂਗਾ ਤੇ ਦੋਸਤੋ ਹੁਣ ਆ ਦੇਖੋ ਗੱਲ ਹੈਗੀ ਹੈ 8th ਵਾਲਿਆਂ ਦੀ ਇਹਨਾਂ ਦਾ ਵੀ ਇਸੇ ਤਰ੍ਹਾਂ ਦਿੱਤਾ ਹੋਇਆ ਵਾ A+ ਕਿੰਨੇ ਦੀ ਲੱਗੀ ਆ A ਕਲੀ ਕਿੰਨੇ ਦੀ ਲੱਗੀ ਆ B+ ਕਿੰਨੇ ਦੀ ਲੱਗੀ ਆ ठीक है जी तो B+ किन्ना दी लगी आ सॉरी B किन्ना दी लगी आ C+ किन्ना दी लगी आ कली C किन्ना दी लगी है D किन्ना दी लगी ये सारे दिते हुए ने सब्जैक्ट ये दिते है टोटल अपीयर तो B+ A+ ठीक है जी B C+ कली C इसी तरह दोस्तों ये सारे दिते तुसीं देख सकते हो ये हैगी 8वीं दी ते बाकी दोस्तों गल करी जिथे 10वीं क्लास वालियां दी उन्हां दी भी इसी तरह दोस्तों दिती हुई है सारे सब्जैक्ट दे ठीक है जी तो टोटल अपीयर विद्यार्थी दिते हुए ने तो A+ किन्ना दी लगी आ ਉਹਨਾਂ ਦੀ ਐਵਰੇਜ ਦਿੱਤੀ ਆ ਤੇ ਨੰਬਰ ਆਫ ਸਟੂਡੈਂਟਸ ਦਿੱਤੇ ਹੋਏ ਨੇ ਠੀਕ ਹੈ ਜੀ ਇਸੇ ਤਰ੍ਹਾਂ ਇਹ ਸਾਰੇ ਦਿੱਤੇ ਹੋਏ ਨੇ ਗ੍ਰੇਡ ਦੇ ਅਕੋਰਡਿੰਗ ਤੇ ਦੋਸਤੋ ਤੁਸੀਂ ਆਹ ਦੇਖ ਸਕਦੇ ਹੋ ਲਿਸਟ ਬਾਕੀ ਮੈਂ ਲਿੰਕ ਇਨ ਡਿਸਕ੍ਰਿਪਸ਼ਨ ਵੀ ਪਾ ਦੂੰਗਾ ਇਹ ਲਿਸਟ ਦਾ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਤੇ ਦੋਸਤੋ ਹੁਣ ਗੱਲ ਕਰ ਲੈਂਦੇ ਆ 12ਵੀਂ ਵਾਲਿਆਂ ਦੀ ਠੀਕ ਹੈ ਜੀ ਪਲੱਸ 10ਵੀਂ ਦੀ ਵੀ ਇਸ ਵਿੱਚ ਗੱਲ ਲਿਖੀ ਹੋਈ ਆ ਤੇ ਦੋਸਤੋ 12ਵੀਂ ਵਾਲਿਆਂ ਦੀ ਇੱਕ ਮੋਸਟ ਇੰਪੋਰਟੈਂਟ ਗੱਲ ਆ ਤੁਹਾਡਾ ਇੱਕ ਪੇਪਰ ਨਹੀਂ ਹੋਣਾ ਉਹ ਕਿਹੜਾ ਪੇਪਰ ਨਹੀਂ ਹੋਣਾ ਇਹ ਵੀ ਦੋਸਤੋ ਮੈਂ ਤੁਹਾਨੂੰ ਦੱਸ ਦੂੰਗਾ ਇਸ ਲਈ ਆਹ ਪੂਰਾ ਨੋਟਿਸ ਦੇਖਿਓ ਮੈਂ ਤੁਹਾਨੂੰ पूरी जानकारी दूंगा दोस्तों बेसिकली यह जोड़ा वा एक लैटर आ ठीक है जी एक यह लैटर आ जो कि DEO नू मतलब लिखिया गई ने हर जिले के जोड़े DEO ने DEO होंगे ने उन्होंने यानी कि डिस्ट्रिक्ट एजुकेशन ऑफिसर उन्होंने दोस्तों आह एक लैटर लिखी गई आ कि तुहाडे जिहड़े पेपर ने ठीक है जी वो किस तरह करवाए जान उन्होंने एक मतलब गाइडलाइन दी गई है कि तुसी इस तरह करो तो अपना जिहड़ा प्रीख्या वा उस तरह करवाओ ठीक है जी यानी कि PSB ने गाइडलाइन दित्तियां ने उन्होंने कि तुसी अपने प्रीख्या केंद्र में इस तरह ਦੀਆਂ ਜਿਹੜੀਆਂ ਸੁਵਿਧਾ ਨੇ ਉਹ ਪ੍ਰਦਾਨ ਕਰਵਾਉਣੀਆਂ ਨੇ ਤਾਂ ਹੀ ਤੁਸੀਂ एग्जाम ਲਵੋਗੇ ਤੇ ਦੋਸਤੋ ਮੈਂ ਪੂਰੀ ਜਾਣਕਾਰੀ ਦੱਸ ਦੇਣਾ ਇਹਦੇ ਵਿੱਚ ਮੇਨ ਦੋਸਤੋ ਕੀ ਆ ਦੋਸਤੋ ਇਹਦੇ ਵਿੱਚ ਦੇਖੋ ਇੱਕ ਤਾਂ ਤੁਹਾਡਾ ਆਹੀ ਦੱਸਿਆ ਹੋਇਆ ਵਾ ਕਿ 2 ਗਜ ਦੀ ਦੂਰੀ ਬਣਾ ਕੇ ਰੱਖਣੀ ਹੈ ਠੀਕ ਹੈ ਜੀ 2 ਗਜ ਦੀ ਦੂਰੀ ਨੂੰ ਧਿਆਨ ਰੱਖੇ ਹੋਏ ਪੇਪਰ ਨੂੰ ਮਤਲਬ ਪੇਪਰ ਲੈ ਜਾਣੇ ਆ ਤੁਹਾਡੇ ਯਾਨੀ ਕਿ ਦੋਸਤੋ ਇੱਕ ਡੈਸਕ ਛੱਡ ਕੇ ਹੀ ਬਿਠਾਇਆ ਜਾਊਗਾ ਤਾਂ ਹੀ 2 ਗਜ ਦੀ ਦੂਰੀ ਬਣੂਗੀ ਠੀਕ ਹੈ ਜੀ ਤੇ ਦੋਸਤੋ ਮੇਨ ਗੱਲ ਤਾਂ ਇੱਕ ਇਹੀ ਆ ਤੇ ਬਾਕੀ ਦੋਸਤੋ ਇੱਕ ਪੁਆਇੰਟ ਇਹ ਆ ਕਿ ਸਰਕਾਰੀ ਹਦਾਇਤਾਂ ਅਨੁਸਾਰ ਪ੍ਰੀਖਿਆ ਵਿੱਚ 2 ਗਜ ਦੀ ਦੂਰੀ ਹੋਵੇ ਜੋ ਕਿ ਤੁਹਾਨੂੰ ਕਲੀਅਰ ਹੋ ਗਈ ਆ ਤੇ ਦੋਸਤੋ ਸੰਥਾ ਜਿਹੜੀ ਜਿੱਥੇ ਤੁਹਾਡਾ ਪੇਪਰ ਹੋਣਾ ਠੀਕ ਹੈ ਜੀ ਤਾਂ ਉੱਥੇ ਸਾਫ਼ ਸਫਾਈ ਪੂਰੀ ਹੋਣੀ ਚਾਹੀਦੀ ਆ ਹੱਥ ਧੋਣ ਲਈ ਦੋਸਤੋ ਸਾਬਣ ਆਦਿ ਦਾ ਪ੍ਰਬੰਧ ਹੋਣਾ ਚਾਹੀਦਾ ਹੈਂਡ ਸੈਨੀਟਾਈਜ਼ਰ ਦਾ ਪ੍ਰਬੰਧ ਹੋਣਾ ਚਾਹੀਦਾ ਵਾ ਠੀਕ ਹੈ ਜੀ ਤਾਂ ਦੋਸਤੋ ਇੱਕ ਹੋਰ ਅਪਡੇਟ ਆ ਕਿ ਜਿਹੜੇ ਕਮਰੇ ਤੇ ਲੈਬ ਹੁੰਦੇ ਨੇ ਲਾਇਬ੍ਰੇਰੀ ਹੁੰਦੀਆਂ ਨੇ ਉਹਨਾਂ ਨੂੰ ਵੀ ਪ੍ਰੀਖਿਆ ਕੇਂਦਰ ਦੇ ਵਜੋਂ ਵਰਤਿਆ ਜਾਵੇ ਠੀਕ ਹੈ ਜੀ ਯਾਨੀ ਕਿ ਉੱਥੇ ਵੀ ਤੁਹਾਡਾ ਐਗਜ਼ਾਮ ਲਿਆ ਜਾਵੇ ਕਿਉਂਕਿ ਜਿੰਨੇ ਜ਼ਿਆਦਾ ਜਿਹੜੇ ਕਲਾਸ ਬਣਾਏ ਜਾਣਗੇ ਪ੍ਰੀਖਿਆ ਲੈਣ ਲਈ ਉਨੀ ਜ਼ਿਆਦਾ ਮਤਲਬ ਖੁੱਲੇ ਹੋ ਕੇ ਬਿਠਾਉਣਗੇ ਤਾਂ ਦੋਸਤੋ ਬਿਮਾਰੀ ਫੈਲਣ ਦਾ ਬਹੁਤ ਹੀ ਘੱਟ ਚਾਂਸ ਰਹੂਗਾ ਠੀਕ ਹੈ ਜੀ ਤੇ ਬਾਕੀ ਜਿੱਥੇ ਗਰਮੀ ਦੀ ਮੌਸਮ ਦੇ ਵਿੱਚ ਜਿਹੜਾ ਕਮਰੇ ਹੁੰਦੇ ਨੇ ਉਹਦੇ ਵਿੱਚ ਕੂਲਰ ਜਾਂ ਹੋਰ ਕੋਈ ਫੈਨ ਫੂਨ ਲਗਾ ਕੇ ਉਹਨਾਂ ਦਾ ਪ੍ਰਬੰਧ ਹੋਣਾ ਚਾਹੀਦਾ ਵਾ
ਠੀਕ ਹੈ ਜੀ। ਤੇ ਇੰਟਰਨਲ ਕਲਾਸਾਂ ਲਈ ਵਰਤੇ ਜਾਂਦੇ ਕਮਰੇ ਨੂੰ ਵੀ ਪ੍ਰੀਖਿਆ ਜਿਹੜੀਆਂ ਵਾਧੂ ਦੀਆਂ ਹੋਰ ਕਲਾਸਾਂ ਹੁੰਦੀਆਂ ਨੇ ਉਹਨਾਂ ਨੂੰ ਵੀ ਦੋਸਤੋ ਪ੍ਰੀਖਿਆ ਕੇਂਦਰ ਦੇ ਵਜੋਂ ਵਰਤਿਆ ਜਾਵੇ। ਤੇ ਦੋਸਤੋ ਇੱਕ 12ਵੀਂ ਵਾਲਿਆਂ ਦੇ ਲਈ ਮੋਸਟ ਇੰਪੋਰਟੈਂਟ ਗੱਲ ਆ, ਠੀਕ ਹੈ ਜੀ, 12ਵੀਂ ਸ਼੍ਰੇਣੀ ਦੀ ਜਿਹੜੀ ਕੰਪਿਊਟਰ ਸਾਇੰਸ ਦੇ ਵਿਸ਼ੇ ਦੀ ਪ੍ਰੀਖਿਆ ਸੀਗੀ ਉਹ ਨਹੀਂ ਕਰਵਾਈ ਜਾਣੀ, ਠੀਕ ਹੈ ਜੀ। ਇਹ ਬਹੁਤ ਵੱਡੀ ਅਪਡੇਟ ਆ ਤੁਹਾਡੇ ਲਈ, ਇਹੀ ਮੈਂ ਤੁਹਾਨੂੰ ਦੱਸਣਾ ਸੀਗਾ ਕਿ 12ਵੀਂ ਵਾਲਿਆਂ ਦੀ ਇੱਕ ਵਿਸ਼ਾ ਜਿਹੜਾ ਹੈਗਾ ਕੰਪਿਊਟਰ ਸਾਇੰਸ ਦਾ ਉਹ ਪੇਪਰ ਤੁਹਾਡਾ ਨਹੀਂ ਹੋਣਾ, ਠੀਕ ਹੈ ਜੀ। ਤੇ ਦੋਸਤੋ ਘੱਟੋ ਘੱਟ ਜਿਵੇਂ ਕਿ ਇਸ ਦੇ ਨਾਲ ਇੱਕ ਤੁਹਾਡਾ ਸਬਜੈਕਟ ਦਾ ਬਰਡਨ ਘਟ ਗਿਆ ਤੇ ਦੋਸਤੋ ਕਿਉਂਕਿ ਕੰਪਿਊਟਰ ਸਾਇੰਸ ਇਹਦਾ ਇੰਪੋਰਟੈਂਸ ਨਹੀਂ ਹੁੰਦੀ ਇਸ ਲਈ ਇਸ ਦਾ ਪੇਪਰ ਵੀ ਨਹੀਂ ਲਿਆ ਜਾਣਾ। ਤੇ ਦੋਸਤੋ ਬਾਕੀ ਜਿਹੜੀ ਮੇਨ ਗੱਲਾਂ ਸੀਗੀਆਂ ਇਹੀ ਸੀਗੀਆਂ, ਠੀਕ ਹੈ ਜੀ, ਜਿਹੜੇ 7 ਪੁਆਇੰਟ ਦਿੱਤੇ ਹੋਏ ਸੀਗੇ, ਠੀਕ ਹੈ ਜੀ। ਬਾਕੀ ਦੋਸਤੋ ਇਹ ਸਾਰੀਆਂ ਗੱਲਾਂ ਮਤਲਬ ਉਹਨਾਂ ਨੇ ਆਹ ਵੀ ਗੱਲ ਕਹੀ ਹੈ ਕਿ ਸਵੇਰੇ ਸ਼ਾਮ ਤੇ ਦੋਵੇਂ ਸੈਸ਼ਨਾਂ ਵਿੱਚ ਪੇਪਰ ਕਰਵਾਉਣ ਦੇ ਨਾਲ ਜਿਹੜੇ ਪ੍ਰੀਖਿਆਰਥੀਆਂ ਦੀ ਗਿਣਤੀ ਉਹ ਕਾਫੀ ਘੱਟ ਜਾਵੇਗੀ, ਜਿਵੇਂ ਕਿ ਪਹਿਲਾਂ ਵੀ ਹੁੰਦਾ ਸੀਗਾ 10ਵੀਂ ਦਾ ਸਵੇਰੇ ਨੂੰ 12ਵੀਂ ਦਾ ਜਿਹੜਾ ਸ਼ਾਮ ਦੇ ਜਿਹੜਾ ਸੈਸ਼ਨ ਹੁੰਦਾ ਵਾ ਈਵਨਿੰਗ ਦਾ। ਤੇ ਦੋਸਤੋ ਇਸੇ ਤਰ੍ਹਾਂ ਦੋਸਤੋ ਬਾਕੀ ਸਾਰੀਆਂ ਗੱਲਾਂ ਦੱਸੀਆਂ ਹੋਈਆਂ ਨੇ, ਠੀਕ ਹੈ ਜੀ। ਤਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਆ ਵੀ ਗੱਲ ਹੈ ਕਿ ਉਸ ਸਮੇਂ ਪੰਜਾਬ ਦੇ ਵਿੱਚ 85 ਕੰਟੇਨਮੈਂਟ ਜ਼ੋਨ ਸੀਗੇ ਤੇ ਹੁਣ ਕੰਟੇਨਮੈਂਟ ਜ਼ੋਨਾਂ ਵਿੱਚੋਂ ਪੈਦਾ ਪ੍ਰੀਖਿਆ ਕੇਂਦਰਾਂ ਦੀ ਗਿਣਤੀ 71 ਅਤੇ 227 ਪ੍ਰੀਖਿਆ ਕੇਂਦਰਾਂ ਨੂੰ ਕੁਆਰੰਟਾਈਨ ਸੈਂਟਰ ਵਜੋਂ ਵਰਤਿਆ ਗਿਆ ਸੀਗਾ। ਹੁਣ ਇਸ ਸਮੇਂ ਦੋਸਤੋ ਇਹ ਹਾਲਾਤਾਂ ਵਿੱਚ ਸੁਧਾਰ ਆਇਆ ਤਾਂ ਦੋਸਤੋ ਹੁਣ ਜਿਹੜੇ ਪ੍ਰੀਖਿਆ ਕੇਂਦਰ ਨੇ ਉਹਨਾਂ ਦੇ ਵਿੱਚ ਵੀ ਵਾਧਾ ਹੋਇਆ ਵਾ, ਠੀਕ ਹੈ ਜੀ। ਕੰਟੇਨਮੈਂਟ ਜ਼ੋਨ ਤੋਂ ਬਾਹਰ ਆ ਚੁੱਕੇ ਨੇ, ਠੀਕ ਹੈ ਜੀ। ਤੇ ਹੁਣ ਦੋਸਤੋ ਉਹਨਾਂ ਨੇ ਕਿਹਾ ਕਿ ਪ੍ਰੀਖਿਆ ਕੇਂਦਰ ਵੱਧ ਤੋਂ ਵੱਧ ਬਣਾਏ ਜਾਣ ਤਾਂ ਕਿ ਜਿਹੜੀ 2 ਗਜ ਦੀ ਦੂਰੀ ਨੂੰ ਪੂਰਾ ਕੀਤਾ ਜਾਵੇ। ਤੇ ਦੋਸਤੋ ਇਹ ਸਾਰੀਆਂ ਗੱਲਾਂ ਹਜੇ DEO ਨੂੰ ਲਿਖੀਆਂ ਗਈਆਂ ਨੇ, ਇਹ ਉਹ ਜਦੋਂ ਅਪਲਾਈ ਕਰਨਗੇ ਤਾਂ ਦੋਸਤੋ ਤੁਹਾਡੇ ਪੇਪਰ ਲਏ ਜਾਣਗੇ। ਤੇ ਦੋਸਤੋ ਇਹ ਅਪਡੇਟ ਸੀਗੀ 10ਵੀਂ 12ਵੀਂ 5ਵੀਂ 8ਵੀਂ ਵਾਲਿਆਂ ਦੀ। ਤੇ ਦੋਸਤੋ ਕੋਈ ਵੀ ਪੁਆਇੰਟ ਤੁਹਾਨੂੰ ਨਹੀਂ ਪਤਾ ਲੱਗਿਆ ਤੁਸੀਂ ਪੜ੍ਹ ਸਕਦੇ ਹੋ ਬਾਕੀ ਮੇਨ ਗੱਲਾਂ, ਠੀਕ ਹੈ ਜੀ। ਤੇ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਪਾ ਦੇਣਾ। ਤੇ ਦੋਸਤੋ ਚਲੋ ਠੀਕ ਹੈ ਜੀ, ਬਸ ਮੈਂ ਤੁਹਾਨੂੰ ਅੱਜ ਦੱਸਣਾ ਸੀਗਾ। ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ, ਠੀਕ ਹੈ ਜੀ। ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕੀਤੇ ਬਿਨਾਂ ਨਾ ਜਾਇਓ। ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ। ਓਕੇ ਦੋਸਤੋ, ਬਾਏ ਬਾਏ।